ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਬੇਟੇ ਆਪਾਂ ਜੋ ਪਿਛਲੇ ਲੈਕਚਰ ਦੇ ਵਿੱਚ ਆਪਾਂ ਫੁਲਕਾਰੀ ਕਲਾ ਲੈਸਨ ਸਟਾਰਟ ਕੀਤਾ ਸੀ ਬੱਚੇ, ਉਹ ਆਪਾਂ ਹਾਫ ਰੀਡ ਕਰ ਲਿਆ ਸੀ। ਠੀਕ ਹੈ, ਤਾਂ ਅੱਜ ਬੇਟੇ ਆਪਾਂ ਇੰਨਾ ਆਪਾਂ ਰੀਡ ਕੀਤਾ ਸੀ ਬੱਚੇ। ਠੀਕ ਹੈ, ਆਪਾਂ ਫੁਲਕਾਰੀ ਦੇ ਬਾਰੇ ਦੇਖ ਰਹੇ ਸੀਗੇ, ਰੀਡ ਕਰ ਰਹੇ ਸੀਗੇ। ਤਾਂ ਉਸ ਤੋਂ ਅੱਗੇ ਬੇਟਾ ਅੱਜ ਆਪਾਂ ਨੈਕਸਟ ਜੋ ਆਪਣਾ ਰਹਿ ਗਿਆ ਲੈਸਨ ਉਹ ਆਪਾਂ ਸਟਾਰਟ ਕਰਦੇ ਹਾਂ। ਇਹ ਘੁੰਗਟ ਬਾਗ ਹੈ। ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਠੀਕ ਹੈ, ਇੱਕ ਘੁੰਗਟ ਬਾਗ ਹੁੰਦਾ ਬੇਟੇ। ਠੀਕ ਆ, ਉਹਦੇ ਕੀ ਆ, ਸਿਰ ਤੇ ਮੋਢਿਆਂ ਦੇ ਵਿੱਚ ਕਢਾਈ ਹੁੰਦੀ ਹੈ ਸਿਰਫ, ਬਾਕੀ ਸਾਰਾ ਕੀ ਹੈ, ਖਾਲੀ ਹੁੰਦਾ ਹੈ। ਠੀਕ ਹੈ, ਇਹ ਚੌਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਤਾਂ ਬੇਟੇ ਉਸ ਤੋਂ ਬਾਅਦ ਵਾਲੀ ਫੁਲਕਾਰੀ ਜਿਹੜੀ ਉਹ ਕਿਹੜੀ ਆ, ਚੌਪ। ਠੀਕ ਹੈ, ਕਹਿੰਦੇ ਇਹ ਚੌਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਕੁੜੀ ਦੇ ਉੱਤੇ ਦਿੱਤੀ ਜਾਂਦੀ ਸੀ। ਠੀਕ ਹੈ ਬੇਟਾ, ਜਦੋਂ ਚੂੜਾ ਚੜਾਉਣ ਦੀ ਰਸਮ ਹੁੰਦੀ ਸੀ ਉਦੋਂ ਕੀ ਆ, ਕੁੜੀ ਦੇ ਉੱਪਰ ਦਿੱਤੀ ਜਾਂਦੀ ਆ। ਤਾਂ ਇਹ ਫੁਲਕਾਰੀ ਕੀ ਹੈ, ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਸੀ। ਇਸ ਵਾਂਗ ਤਾਂ ਬੇਟੇ ਇਹ ਚੋਪ ਫੁਲਕਾਰੀ ਹੈ। ਠੀਕ ਹੈ, ਉਸ ਦਾ ਤੋਪਾ ਕੀ ਆ, ਖਾਸ ਗੁੰਝਲਦਾਰ ਹੁੰਦਾ ਹੈ, ਮਤਲਬ ਬਹੁਤ ਬਰੀਕ ਤੋਪਾ ਹੁੰਦਾ ਹੈ। ਠੀਕ ਹੈ, ਉਸ ਤੋਂ ਅੱਗੇ ਬੇਟਾ ਸੁੱਬਰ ਹੈ। ਠੀਕ ਹੈ, ਇਸ ਵਾਂਗ ਸੁੱਬਰ ਵੀ ਸ਼ਗਨਾਂ ਦਾ ਕੱਪੜਾ ਹੁੰਦਾ ਸੀ। ਇਹਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ। ਵੇਖ, ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ, ਬਾਕੀ ਦਾ ਹਿੱਸਾ ਸਾਫ਼ ਹੈ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਬੇਟਾ ਉਸ ਤੋਂ ਬਾਅਦ ਸੁੱਬਰ। ਠੀਕ ਹੈ, ਸੁੱਬਰ ਦੇ ਬਾਰੇ ਦੱਸਿਆ। ਸੁੱਬਰ ਦੇ ਵਿੱਚ ਕੀ ਹੈ, ਕੰਨੀਆਂ ਦੇ ਉੱਪਰ ਕਢਾਈ ਹੁੰਦੀ ਹੈ ਤੇ ਵਿੱਚ ਕੀ ਆ, 5 ਫੁੱਲ ਹੀ ਹੁੰਦੇ ਆ ਕੱਢੇ। ਠੀਕ ਹੈ, ਤਾਂ ਨੈਕਸਟ ਦੇਖੋ ਬੇਟੇ, ਮਾਂ ਜੀ ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ ਦੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ। ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ। ਠੀਕ ਹੈ, ਹਰਮੀਤ ਨੇ ਮਤਲਬ ਪੁੱਛਿਆ ਆਪਣੀ ਮਾਤਾ ਤੋਂ ਕਿ ਜਿਹੜਾ ਭੈਣ ਦੇ ਵਿਆਹ 'ਤੇ ਮਤਲਬ ਤਾਣਿਆ ਸੀ ਉੱਪਰ ਦੀ ਡੋਲੀ ਤੋਰਨ ਵੇਲੇ, ਉਹ ਵੀ ਚੋਪ ਸੀ। ਤੇ ਮਾਂ ਕੀ ਕਹਿੰਦੀ, ਕਹਿੰਦੀ ਨਾ ਨਾ, ਉਹ ਤਾਂ ਤਿਲ ਪੱਤਰਾ ਸੀ। ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨੀਆਂ 'ਤੇ ਹੀ ਸੀ, ਵਿਚਾਲੇ ਤਾਂ ਵਿਰਲੀ ਵਿਰਲੀ ਕਢਾਈ ਹੀ ਕੀਤੀ ਹੋਈ ਸੀ। ਠੀਕ ਹੈ, ਉਹ ਕਿਹੜਾ ਸੀ, ਤਿਲ ਪੱਤਰਾ ਸੀ। ਠੀਕ ਹੈ, ਤਾਂ ਉਹਦੀ ਕਢਾਈ ਸੀ ਜਿਹੜੀ ਉਹ ਕਿਸੇ ਸਿਰਫ ਕੰਨੀਆਂ 'ਤੇ ਹੀ ਸੀ, ਵਿਚਾਲੇ ਤਾਂ ਵਿਰਲੀ ਵਿਰਲੀ ਸੀ। ਨੈਕਸਟ ਦੇਖੋ, ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਇਹ ਦੇਖ ਨੀਲਕ ਹੈ। ਠੀਕ ਹੈ, ਇਹਦੀ ਕਢਾਈ ਤਾਂ ਸਾਦੀ ਹੈ ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ। ਤਾਂ ਬੇਟੇ ਇੱਕ ਫੁਲਕਾਰੀ ਜਿਹੜੀ ਹੁੰਦੀ ਆ ਨੀਲਕ, ਠੀਕ ਹੈ, ਉਹਦਾ ਰੰਗ ਕੀ ਹੈ, ਨੀਲਾ ਹੋਣ ਦੇ ਕਰਕੇ ਉਸ ਨੂੰ ਨੀਲਕ ਕਹਿੰਦੇ ਆ। ਕਹਿੰਦੇ ਉਸ ਤੋਂ ਅੱਗੇ ਦੇਖੋ, ਕਹਿੰਦੇ ਮਾਂ ਜੀ ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਨੇ, ਭਲਾ ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਤਾਂ ਕਹਿੰਦੀ ਮਾਂ ਜੀ ਤੁਹਾਡੇ ਕੋਲ ਤਾਂ ਕੀ ਆ, ਬਹੁਤ ਸਾਰੀਆਂ ਫੁਲਕਾਰੀਆਂ ਨੇ, ਇਹਨਾਂ ਦੀ ਕੋਈ ਹੋਰ ਵੀ ਕਿਸਮ ਹੁੰਦੀ ਆ, ਕਿਸੇ ਹੋਰ ਤਰ੍ਹਾਂ ਦੀਆਂ ਵੀ ਹੁੰਦੀਆਂ ਨੇ। ਠੀਕ ਹੈ, ਤਾਂ ਕਹਿੰਦੀ ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ ਛੋਟੇ ਸ਼ੀਸ਼ਿਆਂ ਦੇ ਟੁਕੜੇ ਜੜੇ ਹੁੰਦੇ ਹਨ, ਉਹਨੂੰ ਸ਼ਮਾਸ ਕਹਿੰਦੇ ਹਨ। ਠੀਕ ਹੈ, ਇੱਕ ਹੋਰ ਫੁਲਕਾਰੀ ਆ, ਉਹਦੇ 'ਤੇ ਕੀ ਹੈ, ਛੋਟੇ ਛੋਟੇ ਟੁਕੜਿਆਂ ਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ ਨੇ। ਠੀਕ ਹੈ, ਉਹਨੂੰ ਸ਼ਮਾਸ ਕਹਿੰਦੇ ਨੇ। ਉਹ ਬਹੁਤ ਸੋਹਣੀ ਲੱਗਦੀ ਹੈ, ਤੇਰੀ ਮਾਸੀ ਕੋਲ ਹੈ ਇਹ ਸ਼ਮਾਸ, ਜਦੋਂ ਤੂੰ ਉੱਥੇ ਗਈ ਤਾਂ ਵੇਖ ਆਵੀਂ। ਠੀਕ ਹੈ, ਕਹਿੰਦੇ ਵੀ ਇਹ ਸ਼ਮਾਸ ਤੇਰੀ ਮਾਸੀ ਕੋਲ ਆ, ਜਦੋਂ ਤੂੰ ਉੱਥੇ ਗਈ ਤਾਂ ਵੇਖ ਆਵੀਂ। ਮਾਂ ਜੀ ਇੰਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਕਹਿੰਦੀ ਇਹ ਕਢਾਈ ਹੈ ਜਿਹੜੀ ਹੱਥਾਂ ਨਾਲ ਕੀਤੀ ਹੋਈ ਆ ਕਿ ਮਸ਼ੀਨਾਂ ਦੇ ਨਾਲ? ਮਾਂ ਫਿਰ ਕੀ ਕਹਿੰਦੀ ਹੈ, ਕਹਿੰਦੀ ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ, ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ, ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ, ਕੱਢਿਆ ਕਢਾਇਆ ਜੋ ਮਿਲ ਜਾਂਦਾ ਸਭ ਕੁਝ। ਮਾਂ ਜੀ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਤੇ ਔਖਿਆਂ ਹੁੰਦੇ ਕਿਹਾ। ਤਾਂ ਬੇਟੇ ਮਾਂ ਕੀ ਕਹਿੰਦੀ, ਉਦੋਂ ਡੁੱਬਣੀਆਂ ਮਸ਼ੀਨਾਂ ਕਿੱਥੇ ਹੁੰਦੀਆਂ ਸੀ, ਇਹ ਤਾਂ ਰਿਵਾਜ ਕੀ ਆ, ਹੁਣ ਹੀ ਚੱਲ ਗਿਆ, ਤਾਂ ਹੀ ਤਾਂ ਕੁੜੀਆਂ ਕੀ ਆ, ਕਸੀਦਾ ਕੱਢਣਾ ਮਤਲਬ ਕਢਾਈ ਕਰਨੀਆਂ ਭੁੱਲ ਗਈਆਂ। ਠੀਕ ਹੈ, ਤਾਂ ਮਾਂ ਨੇ ਔਖੇ ਹੁੰਦੇ ਕਿਹਾ, ਮਤਲਬ ਉਹਨਾਂ ਨੂੰ ਆਪਣੀ ਪੁਰਾਣੀ ਯਾਦ ਆ ਗਈ ਅਤੇ ਉਸ ਕਰਕੇ ਮਤਲਬ ਉਹਨਾਂ ਨੂੰ ਲੱਗਿਆ ਵੀ, ਮਤਲਬ ਕਹਿੰਦੇ ਵੀ ਕਸੀਦਾ ਕੱਢਣਾ ਕਢਾਈ ਕੱਢਣੀ ਹੁਣ ਕੀ ਆ, ਕੁੜੀਆਂ ਭੁੱਲ ਗਈਆਂ। ਫਿਰ ਥੋੜ੍ਹਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ, ਅਸੀਂ ਸ਼ਹਿਰੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬਣੇ ਖੱਦਰ ਨੂੰ ਸੂਹਾ ਰੰਗ ਦੇ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਇੰਨਾ ਹੁੰਦਾ ਸੀ ਕਿ ਤਕੜੇ ਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦਾ ਕੰਮ ਮੁਕਾ ਲੈਂਦੇ। ਠੀਕ ਹੈ, ਉਸ ਤੋਂ ਅੱਗੇ ਦੇਖੋ ਬੇਟਾ, ਕਹਿੰਦੇ ਵੀ ਮਤਲਬ ਇੰਨਾ ਚਾਅ ਹੁੰਦਾ ਸੀਗਾ ਸਾਨੂੰ ਕੱਢਣ ਦਾ ਕਿ ਮਤਲਬ ਅਸੀਂ ਸਵੇਰੇ ਨੇਰੇ ਉੱਠ ਕੇ ਕੀ ਆ, ਸਾਰਾ ਕੰਮ ਮੁਕਾ ਕੇ ਤੇ ਕਢਾਈ ਕਰਨ ਬੈਠ ਜਾਂਦੇ ਸੀ। ਸ਼ਹਿਰੋਂ ਕਈ ਰੰਗਾਂ ਦੇ ਪੱਟ, ਮਤਲਬ ਇੱਕ ਕੱਪੜਾ ਹੁੰਦਾ ਹੈ ਰੇਸ਼ਮ ਦਾ,
ਠੀਕ ਹੈ। ਉਹ ਮੰਗਵਾ ਕੇ ਉਹਨੂੰ ਕੀ ਕਰਕੇ ਮਤਲਬ ਉਹ ਜਿਹੜਾ ਖੱਦਰ ਹੁੰਦਾ ਉਹਨੂੰ ਰੰਗ ਦੇ ਕੇ, ਅਲੱਗ-ਅਲੱਗ ਤਰ੍ਹਾਂ ਦਾ ਰੰਗ ਦੇ ਕੇ ਤਾਂ ਉਹਦੇ ਉੱਪਰ ਕਢਾਈ ਕੀਤੀ ਜਾਂਦੀ ਸੀ। ਠੀਕ ਹੈ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਤਾਂ ਇੰਨਾ ਸਾਫ਼ ਸੀ ਕਿ ਉਸ ਦੇ ਕੱਢੇ ਬਾਗਾਂ ਤੇ ਫੁਲਕਾਰੀਆਂ ਦੀਆਂ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ ਨਮੂਨੇ ਕੱਢ ਲੈਂਦੀ ਸੀ। ਤਾਂ ਬੇਟੇ ਫਿਰ ਉਸਦੀ ਨਾਨੀ ਦਾ ਕੀ ਸੀ, ਹੱਥ ਬਹੁਤ ਸਾਫ਼ ਸੀ, ਮਤਲਬ ਉਹ ਬਹੁਤ ਸੋਹਣੀ ਕਢਾਈ ਕਰਦੇ ਸੀਗੇ। ਤਾਂ ਉਹਨਾਂ ਦੀਆਂ ਕੀ ਸੀ, ਗੱਲਾਂ ਘਰ ਹੁੰਦੀਆਂ ਸੀ, ਅਤੇ ਨਮੂਨੇ ਮਤਲਬ ਜਿਹੜੇ ਡਿਜ਼ਾਈਨ ਹੁੰਦੇ ਨੇ, ਠੀਕ ਹੈ, ਉਹ ਵੀ ਕੀ ਆ ਆਪਣੇ ਆਪ ਹੀ ਬਣਾ ਲੈਂਦੇ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਨਹੀਂ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਇੰਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਠੀਕ ਫੁੱਲ ਨਹੀਂ ਪੈਂਦੇ। ਤਾਂ ਬੇਟੇ ਉਹ ਕੀ ਕਹਿੰਦੀ ਵੀ, ਮਾਂ ਜੀ ਤੁਸੀਂ ਖੱਦਰ ਦੇ ਉੱਤੇ ਇੰਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ? ਮੇਰੇ ਤੋਂ ਤਾਂ ਦਸੂਤੀ 'ਤੇ ਨਹੀਂ ਫੁੱਲ ਪੈਂਦੇ। ਦਸੂਤੀ ਵੀ ਬੇਟਾ ਇੱਕ ਕੱਪੜਾ ਹੁੰਦਾ ਜਿਸ ਦੇ ਵਿੱਚੋਂ 2 ਧਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਂਦੀ ਹੈ। ਠੀਕ ਹੈ, 2 ਧਾਗੇ ਸੂਈ ਦੇ ਵਿੱਚ ਇਕੱਠੇ ਪਾ ਕੇ ਕਢਾਈ ਕੀਤੀ ਜਾਂਦੀ ਹੈ ਵਿੱਚੋਂ ਦੀ। ਠੀਕ ਹੈ, ਉਹ ਕੱਪੜਾ ਹੁੰਦਾ ਦਸੂਤੀ ਦਾ। ਤਾਂ ਉਸ ਤੋਂ ਅੱਗੇ ਦੇਖੋ, ਬਸ ਤੱਕ ਨਾਲ ਹੀ ਹੌਲੀ ਹੱਥ 'ਚ ਸਫਾਈ ਆ ਜਾਂਦੀ ਹੈ। ਫਿਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ। ਮਜਾਲ ਏ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ ਨਾ। ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ, ਮਾਂ ਜੀ ਨੇ ਦੱਸਿਆ। ਤਾਂ ਬੇਟੇ ਕਹਿੰਦੇ ਅਸੀਂ ਤਾਂ ਤੱਕ ਨਾਲ ਹੀ, ਮਤਲਬ ਅੰਦਾਜ਼ੇ ਜਿਹੇ ਨਾਲ ਹੀ ਮਤਲਬ ਕਢਾਈ ਕਰਦੇ ਸੀ। ਫਿਰ ਹੌਲੀ ਕੀ ਆ ਹੱਥਾਂ 'ਤੇ ਸਫਾਈ ਆ ਜਾਂਦੀ ਸੀਗੀ। ਠੀਕ ਹੈ, ਫਿਰ ਮਤਲਬ ਸੋਹਣੀ ਕਢਾਈ ਹੋਣ ਲੱਗ ਜਾਂਦੀ ਸੀ। ਅਤੇ ਫਿਰ ਕੀ ਅਸੀਂ ਗੱਲਾਂ ਵੀ ਕਰਨ ਲੱਗ ਜਾਂਦੀਆਂ ਵੀ ਕਿਤੇ ਵੀ ਤੋਪਾ ਇੱਧਰ ਉੱਧਰ ਨਹੀਂ ਸੀ ਹੁੰਦਾ ਜਦੋਂ ਮਤਲਬ ਹੱਥ ਟਿਕ ਜਾਂਦਾ ਹੈ ਨਾ। ਠੀਕ ਹੈ, ਫਿਰ ਕਹਿੰਦੇ ਵੀ ਕਿਤੇ ਵੀ ਤੋਪਾ ਇੱਧਰ ਉੱਧਰ ਨਹੀਂ ਸੀ ਹੁੰਦਾ। ਕਹਿੰਦੇ ਇੱਕ ਗੱਲ ਤੈਨੂੰ ਹੋਰ ਦੱਸਾਂ, ਜਿਹੜੀ ਫੁਲਕਾਰੀ ਦੀ ਕਢਾਈ ਆ ਉਹ ਕੀ ਆ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਆ। ਠੀਕ ਹੈ, ਪੁੱਠੇ ਪਾਸਿਓਂ ਫੜ ਕੇ ਉੱਧਰੋਂ ਕੀਤੀ ਜਾਂਦੀ ਆ ਪੁੱਠੇ ਪਾਸੇ ਤੋਂ। ਫਿਰ ਉਹ ਕੀ ਕਹਿੰਦੀ ਪੁੱਠੇ ਪਾਸੇ ਤੋਂ ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦਿਆਂ ਪੁੱਛਿਆ। ਠੀਕ ਹੈ, ਉਹ ਹੈਰਾਨ ਹੋ ਕੇ ਪੁੱਛਦੀ ਆ ਵੀ ਪੁੱਠੇ ਪਾਸੇ ਤੋਂ ਕਿਵੇਂ ਹੁੰਦੀ ਆ? ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ ਸਿੱਖ ਜਾਏਂਗੀ ਜੇ ਇੰਨਾ ਹੀ ਸ਼ੌਂਕ ਹੈ ਤਾਂ। ਕਹਿੰਦੇ ਵੀ ਜੇ ਤੈਨੂੰ ਇੰਨਾ ਸ਼ੌਂਕ ਹੈ ਤਾਂ ਮੈਂ ਤੈਨੂੰ ਫਿਰ ਦੱਸੂਗੀ ਅਤੇ ਤੂੰ ਹੌਲੀ ਕੀ ਆ ਆਪਣੇ ਆਪ ਸਿੱਖ ਜਾਏਂਗੀ। ਕਹਿੰਦੀ ਹਾਂ ਮਾਂ ਜੀ ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ। ਅਤੇ ਫਿਰ ਮਾਂ ਜੀ ਫੁਲਕਾਰੀ ਦੀਆਂ ਤਹਿਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ। ਲੈ ਇਹ ਜਾਈ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ। ਕਹਿੰਦੇ ਹੋਏ ਉਹ ਫੁਲਕਾਰੀ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ। ਠੀਕ ਹੈ, ਤਾਂ ਬੇਟੇ ਉਸ ਤੋਂ ਬਾਅਦ ਕੀ ਇੱਕ ਟੂਲ ਦੀ ਫੁਲਕਾਰੀ ਉਹਨਾਂ ਨੇ ਕਿਹਾ ਸੀ ਵੀ ਮੈਂ ਤੈਨੂੰ ਦੇ ਦੂੰਗੀ। ਠੀਕ ਹੈ, ਉਹਦਾ ਤੂੰ ਕਮੀਜ਼ ਬਣਾ ਲਵੀਂ। ਉਹ ਕੀ ਉਹਨਾਂ ਨੇ ਪਾਸੇ ਰੱਖ ਦਿੱਤੀ। ਠੀਕ ਹੈ, ਅਤੇ ਬਾਕੀ ਸਾਰੀਆਂ ਫੁਲਕਾਰੀਆਂ ਸੰਦੂਕ ਦੇ ਵਿੱਚ ਅੰਦਰ ਰੱਖਣ ਚਲੇ ਗਏ। ਠੀਕ ਹੈ ਬੇਟਾ, ਇਹ ਸੀ ਲੈਸਨ ਆਪਣਾ ਫੁਲਕਾਰੀ ਕਲਾ। ਠੀਕ ਹੈ, ਸਾਰੀਆਂ ਫੁਲਕਾਰੀਆਂ ਦੇ ਬਾਰੇ ਬੇਟਾ ਦੱਸਿਆ ਗਿਆ ਇਹਦੇ ਵਿੱਚ। ਤਾਂ ਬੇਟੇ ਮੈਨੂੰ ਉਮੀਦ ਆ ਤੁਹਾਨੂੰ ਵੀ ਪਤਾ ਚੱਲ ਗਿਆ ਹੋਵੇਗਾ ਫੁਲਕਾਰੀਆਂ ਦੇ ਬਾਰੇ। ਤਾਂ ਉਸ ਤੋਂ ਅੱਗੇ ਬੇਟਾ ਆਪਣਾ ਲੈਸਨ ਕੰਪਲੀਟ ਹੋ ਗਿਆ। ਅੱਗੇ ਬੇਟਾ ਵਰਡ ਮੀਨਿੰਗ ਹੈ। ਠੀਕ ਹੈ, ਸ਼ਬਦ ਅਰਥ ਹੈ। ਤਾਂ ਇਹ ਜਿੰਨੇ ਵੀ ਸ਼ਬਦ ਅਰਥ ਆ ਬੱਚੇ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਰਾਈਟ ਕਰੋਗੇ। ਠੀਕ ਹੈ ਬੇਟਾ, ਆਪਾਂ ਇੱਕ ਵਾਰੀ ਰੀਡਿੰਗ ਲੈ ਲੈਂਦੇ ਹਾਂ। ਫਸਟ ਹੈ ਵਿਸਾਰ। ਠੀਕ ਹੈ, ਵਿਸਾਰ ਮਤਲਬ ਭੁੱਲ। ਸਬਾਤ ਹੁੰਦਾ ਛੱਤਦਾਰ ਰਸਤਾ ਜੋ 2 ਕਮਰਿਆਂ ਨੂੰ ਮਿਲਾਏ। ਠੀਕ ਹੈ, ਬੈਠਕ ਉਹ ਕਮਰਾ ਜਿੱਥੇ ਮਹਿਮਾਨਾਂ ਨੂੰ ਬਿਠਾਇਆ ਜਾਵੇ। ਗੁੰਝਲਦਾਰ ਔਖਾ। ਕਸੀਦਾ ਕੱਪੜੇ ਤੇ ਸੂਈ ਨਾਲ ਕੱਢੇ ਵੇਲ ਬੂਟੇ। ਪੱਟ ਹੁੰਦਾ ਰੇਸ਼ਮ। ਸੂਹਾ ਲਾਲ। ਨਮੂਨੇ ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਬਣਾਉਣਾ। ਠੀਕ ਹੈ, ਕਿਸੇ ਦਾ ਡਿਜ਼ਾਈਨ ਉਤਾਰਨਾ। ਦਸੂਤੀ ਉਹ ਕੱਪੜਾ ਜਿਸ ਵਿੱਚ 2 ਧਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਵੇ। ਸੰਦੂਕ ਹੁੰਦਾ ਬੇਟਾ ਲੱਕੜ ਦੀ ਬਣੀ ਹੋਈ ਪੇਟੀ। ਠੀਕ ਹੈ, ਅੱਗੇ ਬੇਟਾ ਅਚੰਭਾ ਮਤਲਬ ਹੈਰਾਨ ਕਰਨ ਵਾਲਾ। ਉਸ ਤੋਂ ਅੱਗੇ ਤੋਪਾ ਕੀ ਹੁੰਦਾ? ਟਾਂਕਾ। ਠੀਕ ਹੈ, ਮਤਲਬ ਸੂਈ ਦੇ ਨਾਲ ਜੋ ਵੀ ਆਪਾਂ ਕਹਿੰਦੇ ਤੋਪਾ ਲਾਉਣਾ। ਠੀਕ ਹੈ, ਟਾਂਕਾ। ਖੱਦਰ ਹੁੰਦਾ ਹੈ ਬੇਟਾ ਮੋਟਾ ਸੂਤੀ ਕੱਪੜਾ। ਤੜਕੇ ਸਵੇਰੇ ਜਲਦੀ। ਠੀਕ ਹੈ, ਤੜਕੇ ਕੀ ਹੁੰਦਾ? ਸਵੇਰੇ ਜਲਦੀ। ਤਾਂ ਬੇਟੇ ਇਹ ਸੀ ਆਪਣੇ ਸ਼ਬਦ ਅਰਥ। ਤਾਂ ਇਹ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਪਰ ਰਾਈਟ ਕਰਨੇ। ਉਸ ਤੋਂ ਬਾਅਦ ਬੇਟਾ ਆਪਣੇ ਬਾਕੀ ਸਾਰਾ ਜੋ ਕੁਐਸਚਨ ਆਨਸਰ ਵਗੈਰਾ ਹੈ ਉਹ ਆਪਾਂ ਬੱਚੇ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਠੀਕ ਹੈ ਬੇਟਾ, ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।